ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਦੀ ਬਾਣੀ ਦੀ ਜੋ ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ, ਉਹਦੇ ਵਿੱਚ ਜੋ 6 ਅਸ਼ਪਦੀਆਂ ਦੀ ਵਿਚਾਰ ਜਿਹੜੀ ਹੈ ਉਹ ਅਜੇ ਤੱਕ ਅਸੀਂ ਕਰ ਚੁੱਕੇ ਹਾਂ। ਅਤੇ ਅੱਜ 7ਵੀਂ ਅਸ਼ਪਦੀ ਦਾ ਸ਼ਲੋਕ ਜਿਹੜਾ ਹੈ ਉਹ ਅਸੀਂ ਵਿਚਾਰਾਂਗੇ। ਸ਼ਲੋਕ ਸਿਰਫ ਸ਼ਲੋਕ ਦੀ ਵਿਚਾਰ ਅਸੀਂ ਕਰਾਂਗੇ, ਕਿਉਂਕਿ ਸ਼ਲੋਕ ਟਾਈਟਲ ਹੁੰਦਾ, ਇਹਦੇ 'ਤੇ ਥੋੜ੍ਹਾ ਅਸੀਂ ਸਮਾਂ ਲਾ ਲਈਏ ਤਾਂ ਅਗਲੀਆਂ ਜਿਹੜੀਆਂ ਅਸ਼ਪਦੀ ਸਮਝਣੀ ਸਾਡੇ ਵਾਸਤੇ ਸੌਖੀ ਹੋ ਜਾਏਗੀ। ਉਹ ਸ਼ਲੋਕ ਹੈ, ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਪਹਿਲੇ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਜੋ ਸਿੱਖ ਹੈ ਨਾ, ਜਿਹਨੂੰ ਅਸੀਂ ਸਿੱਖ ਕਹਿ ਦਿੰਦੇ ਹਾਂ, ਆਮ ਤੌਰ 'ਤੇ ਜੋ ਸਾਡੀ ਭਾਸ਼ਾ ਜਾਂ ਲੈਂਗੁਏਜ ਜਾਂ ਸਾਡਾ ਸਮਝਣ ਦਾ ਜਿਹੜਾ ਢੰਗ ਹੈ, ਉਹ ਸਿਰਫ ਇਤਨਾ ਹੀ ਹੈ ਕਿ ਜਿਹਦੀ ਦਾੜੀ ਹੋਏ, ਪਗੜੀ ਹੋਏ, ਜਾਂ ਅਸੀਂ ਉਹਨੂੰ ਸਿੱਖ ਸਮਝ ਲੈਂਦੇ ਹਾਂ, ਜਾਂ ਹੋਰ ਥੋੜ੍ਹਾ ਜਿਹਾ ਉਹਨੂੰ ਜਾਂਚਣਾ ਹੋਏ ਤੇ ਹਾਂਜੀ ਗੁਰਦੁਆਰਾ ਜਾਂਦਾ, ਥੋੜ੍ਹੀ ਬਹੁਤ ਪਾਠ ਵੀ ਕਰ ਲੈਂਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਇਹ ਅਸੀਂ ਦੇਖਦੇ ਸੁਣਦੇ ਹਾਂ, ਅਤੇ ਇਹ ਨਾ ਵੀ ਕੁਝ ਕਰਦਾ ਹੋਏ ਤਾਂ ਵੀ ਆਪਣੇ ਆਪ ਨੂੰ ਅਸੀਂ ਸਿੱਖ ਕਹਾ ਲੈਂਦੇ ਹਾਂ, ਸਿਰਫ ਇਸ ਕਰਕੇ ਕਿ ਅਸੀਂ ਕਿਸੇ ਖਾਸ ਮਜ਼ਹਬ ਨੂੰ ਜਾਂ ਖਾਸ ਫਿਰਕੇ ਦੇ ਘਰਾਂ ਦੇ ਵਿੱਚ ਅਸੀਂ ਪੈਦਾ ਹੋਏ ਹਾਂ। ਅਸੀਂ ਉਸ ਜਨਮ ਨੂੰ ਲੈ ਕੇ ਜਾਂ ਆਪਣੇ ਨਾਮ ਦੇ ਕੇ ਕੁਝ ਸਿੰਘ ਲਿਖ ਕੇ ਜਾਂ ਕੋਈ ਇਹੋ ਜਿਹੀਆਂ ਕੋਈ ਵਰਦੀ ਧਾਰਨ ਕਰਕੇ ਜਾਂ ਪਗੜੀ ਪੂੜੀ ਬੰਨ੍ਹ ਕੇ, ਮਤਲਬ ਕੁਝ ਵੀ ਐਸਾ ਅਸੀਂ ਕਹਿ ਲੈਂਦੇ ਹਾਂ ਕਿ ਜੇ ਅਸੀਂ ਕਹਿ ਦਿੰਦੇ ਹਾਂ ਸਿੱਖ। ਪਰ ਪਹਿਲੇ ਵੀ ਸ਼ਾਇਦ ਅਸੀਂ ਕਈ ਵਾਰੀ ਗੱਲ ਕੀਤੀ ਹੈ ਕਿ ਸਿੱਖ ਜੰਮਦਾ ਨਹੀਂ ਹੈ, ਸਿੱਖ ਜੰਮ ਨਹੀਂ ਸਕਦਾ, ਸਿੱਖ ਬਣਿਆ ਜਾਂਦਾ। ਸਿੱਖੀ ਕਮਾਣੀ ਪੈਂਦੀ ਹੈ, ਸਿੱਖ ਬਣਿਆ ਜਾਂਦਾ, ਜੰਮਿਆ ਨਹੀਂ ਜਾਂਦਾ। ਕੋਈ ਵੀ ਘਰ ਕਿਸੇ ਦੇ ਸਿੱਖ ਜੰਮਦੇ, ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖ ਹੈਗਾ, ਉਹਨੂੰ ਉਹ ਚੀਜ਼ ਕਮਾ ਕੇ ਬਣਨਾ ਪਏਗਾ। ਸੋ ਜੇ ਇਤਨੀ ਕੁ ਗੱਲ ਸਾਡੀ ਸਮਝ 'ਚ ਆ ਜਾਏ ਔਰ ਇਹਨੂੰ ਅਸੀਂ ਆਪਣੀ ਪ੍ਰੈਕਟਿਸ ਦੇ ਵਿੱਚ ਲੈ ਆਈਏ, ਅਤੇ ਜਿੰਨਾ ਰੌਲਾ ਪਿਆ ਹੋਇਆ ਨਾ ਬਾਹਰ ਦਾ ਕਿ ਇਹ ਹਿੰਦੂਆਂ ਵਿੱਚੋਂ ਨਿਕਲੇ ਜਾਂ ਫਲਾਣੇ ਉਹਨਾਂ ਦੀ ਵੰਸ਼ਜ ਨੇ ਜਾਂ ਉਹਨਾਂ ਦੀ ਔਲਾਦ ਨੇ ਜਾਂ ਇਹ ਬਦਸਾਵਲੀ, ਇਹ ਉਹ, ਇਹ ਸਾਰੇ ਝਗੜੇ, ਸਾਰੇ ਰੌਲੇ ਜਿਹੜੇ ਨੇ ਇਸ ਗੱਲ ਦੇ ਉੱਤੇ ਆ ਕੇ ਖਤਮ ਹੋ ਜਾਂਦੇ ਨੇ। ਜੇਕਰ ਸਿੱਖੀ ਸਿਧਾਂਤਾਂ ਦੇ ਬਾਰੇ, ਸਿੱਖਿਆਵਾਂ ਦੇ ਬਾਰੇ, ਬੇਸਿਕ ਫੰਡਾਮੈਂਟਲ ਨੇ ਜਾਂ ਜਿਹੜੇ, ਜਾਂ ਜਿਹਨੂੰ ਅਸੀਂ ਗੁਰੂ ਨਾਨਕ ਦੀ ਸਿੱਖੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਬਾਰੇ ਜੇ ਸਹੀ ਤਰੀਕੇ ਨਾਲ ਪਤਾ ਲੱਗ ਜਾਏ ਤੇ ਜੇ ਉਹਨੂੰ ਅਸੀਂ ਜਾਣ ਲਈਏ, ਪਰ ਉਸ ਸੋਚ ਤੋਂ ਨਿਕਲਣ ਦਾ ਜਿਹੜਾ ਯਤਨ ਹੈ ਜਾਂ ਜਿਹੜੀ ਕੋਸ਼ਿਸ਼ ਹੈ ਜਾਂ ਜਿਹੜੇ ਐਫਰਟਸ ਨੇ ਨਾ, ਜਿਸ ਤਰੀਕੇ ਨਾਲ ਹੋਣੇ ਚਾਹੀਦੇ ਨੇ, ਉਸ ਪਾਸੇ ਨਹੀਂ ਹੋ ਪਾਉਂਦੇ, ਹੋ ਨਹੀਂ ਰਹੇ। ਸਭ ਤੋਂ ਵੱਡਾ ਜਿਹੜਾ ਕਾਰਨ ਹੈ ਨਾ, ਉਹ ਹੈ ਕਿ ਜਿਹੜੀ ਅਸੀਂ ਬਚਪਨ ਦੇ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਸੀ ਨਾ, ਡਬਲਿਊ ਫੈਮਿਲੀ ਹੁੰਦੀ ਹੈ, ਵਟ, ਵੇਅਰ, ਵੈਨ, ਵਿਚ, ਹੈ ਨਾ, ਇਹ ਹਾਓ, ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਮਾਰਕ ਹੈਗੇ, ਉਹ ਡਬਲਿਊ ਫੈਮਿਲੀ ਦੇ ਨਾਲ ਜਦੋਂ ਤੱਕ ਸਾਡਾ ਸੰਬੰਧ ਰਹਿੰਦਾ ਨਾ, ਸਾਡੀ ਸਾਰੀ ਚੇਤਨਤਾ ਜਿਹਨੂੰ ਕਹਿ ਸਕਦੇ ਹਾਂ, ਜਾਂ ਸਾਡੀ ਜਿਹੜੀ ਅਲਰਟਨੈਸ ਹੈ, ਉਹ ਸਾਰੀ ਉਸ ਦੇ ਉੱਤੇ ਟਿਕੀ ਹੈ। ਜਿਸ ਗੱਲ ਦੇ ਉੱਤੇ ਸਾਨੂੰ ਇੱਕ ਚੀਜ਼ਾਂ ਸਾਡੇ ਦਿਮਾਗ 'ਚ ਆਉਂਦੀਆਂ ਨਾ, ਕੋਈ ਵੀ ਦੁਨੀਆ ਦੀ ਕੋਈ ਵੀ ਚੀਜ਼ ਦੇ ਲਈ, ਚਾਹੇ ਬਾਹਰ ਨਿਕਲ ਕੇ ਇੱਕ ਮੈਂ ਕਹਿੰਦਾ ਇੱਕ ਪੱਥਰ ਹੀ ਜ਼ਮੀਨ 'ਤੇ ਪਿਆ ਨਾ, ਜੇ ਉਹਦੇ ਬਾਰੇ ਵੀ ਸਾਨੂੰ ਕੁਐਸਚਨ ਆ ਜਾਏ ਨਾ, ਇੱਕ ਕੁਐਸਚਨ ਅਸੀਂ ਬਾਹਰ ਪਏ ਪੱਥਰ 'ਤੇ ਕਰ ਲਈਏ, ਅਸੀਂ ਵਟ, ਵੇਅਰ, ਵੈਨ, ਹਾਓ, ਵਿਚ, ਇਹ ਉਸ ਪੱਥਰ 'ਤੇ ਸ਼ੁਰੂ ਕਰ ਦਈਏ, ਆਪਣੇ ਘਰ ਦੇ ਬਾਹਰ ਨਿਕਲ ਕੇ ਅਸੀਂ ਕਰ ਲਈਏ, ਪਤਾ ਨਹੀਂ ਸਾਨੂੰ ਕਿਤਨੇ ਹੀ ਜਵਾਬ, ਕਿਤਨੇ ਹੀ ਆਨਸਰ, ਕਿਤਨੀ ਅਵੇਅਰਨੈਸ ਸਾਨੂੰ ਇੱਕ ਪੱਥਰ ਦੇ ਟੁਕੜੇ ਤੋਂ ਮਿਲ ਸਕਦੀ ਹੈ। ਸਿਰਫ ਅਸੀਂ ਇਹ ਸਾਡੇ ਉਸ ਪੱਥਰ ਨੂੰ ਦੇਖ ਕੇ ਸਾਡੇ ਅੰਦਰ ਇੱਕ ਕੁਐਸਚਨਿੰਗ ਜਾਗਣੀ ਸ਼ੁਰੂ ਹੋ ਜਾਏ
कि ਇਹ ਕਿੱਥੋਂ ਆਇਆ, ਕਿਸ ਤਰ੍ਹਾਂ ਬਣਿਆ, ਕੀ ਹੈਗਾ, ਇਹ ਸਾਰੀ ਚੀਜ਼ ਲੈਣੀ। ਜਿਵੇਂ ਇੱਕ ਪੱਥਰ ਦੇ ਟੁਕੜੇ ਦੇ ਵਿੱਚ ਪਤਾ ਨਹੀਂ ਕਿਤਨਾ ਸਾਰਾ ਗਿਆਨ ਛੁਪਿਆ ਹੋਇਆ। ਲੇਕਿਨ ਅਸੀਂ ਕਿਸੇ ਨਿੱਕੀ ਜਿਹੀ ਮਿੱਟੀ ਜਾਂ ਪੱਥਰ ਤੋਂ ਅਸੀਂ ਕੀ ਕੁਐਸਚਨ ਕਰਨਾ ਹੈ? ਸਾਡੇ ਸਾਹਮਣੇ ਤੇ ਵੱਡੀਆਂ ਵੱਡੀਆਂ ਘਟਨਾਵਾਂ, ਵੱਡੇ ਵੱਡੇ ਸਭ ਕੁਝ ਘਟ ਜਾਂਦਾ ਹੈ। ਧਰਮ ਦੇ ਨਾਮ ਤੇ ਕਈ ਘਟਨਾਵਾਂ ਘਟ ਜਾਂਦੀਆਂ ਜਾਂ ਹੋਰ ਬੜਾ ਕੁਝ ਹੋ ਜਾਂਦਾ ਹੈ। ਸਾਡੇ ਵਾਸਤੇ ਉਹਦੇ ਤੇ ਵੀ ਕੋਈ ਕੁਐਸਚਨਿੰਗ ਨਹੀਂ ਜਾਗਦੀ। ਅਸੀਂ ਕਦੀ ਸਵਾਲ ਹੀ ਨਹੀਂ ਪੁੱਛਦੇ ਉਸ ਚੀਜ਼ ਦੇ ਉੱਤੇ ਕਿ ਹਾਂ ਵੀ ਇਹ ਕਿਉਂ ਹੋਇਆ, ਕਿਸ ਤਰ੍ਹਾਂ ਹੋਇਆ, ਕਦੋਂ ਹੋਇਆ ਕੋਈ। ਕਿਉਂਕਿ ਉਹ ਸਭ ਤੋਂ ਵੱਡਾ ਕਾਰਨ ਇਸੇ ਕਰਕੇ ਨਾ, ਜਿਹੜੇ ਸਾਡੇ ਜੋ ਅਰਥ ਸਾਨੂੰ ਦਿੱਤੇ ਗਏ ਗੁਰਬਾਣੀ ਦੇ ਜਾਂ ਗੁਰਮਤਿ ਦੇ ਜਿਹੜੇ ਗੱਲਾਂ ਸਾਨੂੰ ਦੱਸੀਆਂ ਗਈਆਂ, ਉਹ ਭਾਵੇਂ ਡੇਰੇਦਾਰਾਂ ਨੇ ਕਿਹਾ ਜਾਂ ਅਖੌਤੀ ਸੰਤਾਂ ਨੇ ਜਾਂ ਬ੍ਰਹਮ ਗਿਆਨੀਆਂ ਨੇ ਜਾਂ ਹੋਰ ਬੜੇ ਸਾਰੇ ਗਪੋੜੀ ਨਵੇਂ ਜੰਮਦੇ ਰਹਿੰਦੇ ਨੇ, ਉਹ ਸਾਰਿਆਂ ਨੇ ਜੋ ਜਿਹੜੀ ਚੀਜ਼ਾਂ ਦੱਸੀਆਂ ਨਾ, ਅਸੀਂ ਐਜ਼ ਇਟ ਇਜ਼ ਮੰਨ ਲਈਏ। ਅਸੀਂ ਕਦੀ ਵਿਚਾਰਿਆ ਹੀ ਨਹੀਂ, ਕਦੀ ਸਵਾਲ ਹੀ ਨਹੀਂ ਕੀਤਾ, ਕਦੀ ਆਪ ਸਟੱਡੀ ਨਹੀਂ ਕੀਤੀ। ਜੇ ਆਪ ਸਟੱਡੀ ਕੀਤੀ ਹੁੰਦੀ ਨਾ ਤੁਸੀਂ, ਤੇ ਜਿਤਨੀਆਂ ਵੀ ਚੀਜ਼ਾਂ ਸਾਨੂੰ ਇਹ ਸੁਣਨ ਨੂੰ ਮਿਲ ਰਹੀਆਂ ਸੀ ਨਾ, ਅਸੀਂ ਉਹਦੇ ਤੇ ਕੁਐਸਚਨਿੰਗ ਕਰਦੇ। ਜਦੋਂ ਕੁਐਸਚਨਿੰਗ ਕਰਦੇ ਕਿ ਸਾਨੂੰ ਉਹਦਾ ਜਵਾਬ ਕਿਸ ਢੰਗ ਨਾਲ ਮਿਲਦਾ, ਫਿਰ ਅਸੀਂ ਉਹਦੇ ਤੇ ਹੋਰ ਵਿਚਾਰ ਕਰਦੇ ਕਿ ਅਸੀਂ ਕਿਤੇ ਚੰਗੇ ਰਸਤੇ ਤੇ, ਚੰਗੇ ਰਾਹ ਤੇ ਪੈ ਸਕਦੇ। ਲੇਕਿਨ ਅਸੀਂ ਸਾਰੀਆਂ ਚੀਜ਼ਾਂ ਤੋਂ ਸਖਣੇ ਹੋ ਗਏ ਸਿਰਫ ਇਸ ਕਰਕੇ ਕਿ ਸਾਨੂੰ ਜਿਸ ਤਰ੍ਹਾਂ ਜਿੰਨੇ ਜੋ ਸੁਣਾਇਆ, ਜੋ ਦੱਸਿਆ, ਅਸੀਂ ਐਜ਼ ਇਟ ਇਜ਼ ਉਹਨੂੰ ਸਿਰ ਝੁਕਾ ਕੇ ਮੰਨ ਕੇ ਤੁਰ ਪਏ ਤੇ ਸਤ ਵਚਨ ਕਹਿ ਕੇ ਉਹੀ ਮੰਨ ਲਿਆ। ਔਰ ਉਹੀ ਜਿਹੜਾ ਹੈ ਉਹ ਅਸੀਂ ਅੰਦਰ ਧਾਰਨ ਕਰ ਲਿਆ, ਉਹੀ ਅਗਲੀ ਪੀੜ੍ਹੀ ਨੂੰ ਸੁਣਾ ਦਿੱਤਾ, ਉਹੀ ਬੱਚਿਆਂ ਨੂੰ ਸੁਣਾ ਦਿੱਤਾ, ਉਹੀ ਆਸੇ ਪਾਸੇ ਅਸੀਂ ਸੁਣਾਉਂਦੇ ਗਏ। ਤੁਸੀਂ ਆਲਾ ਦੁਆਲਾ ਦੇਖ ਲਓ, ਸਭ ਕੁਝ ਉਹੀ ਕੁਝ ਮਿਲੇਗਾ। ਆਪਣੇ ਘਰ ਗੱਲ ਕਰ ਲਓ, ਬਜ਼ੁਰਗਾਂ ਨਾਲ ਗੱਲ ਕਰ ਲਓ, ਵੱਡਿਆਂ ਨਾਲ ਗੱਲ ਕਰ ਲਓ, ਵੱਡੀ ਉਮਰਾਂ ਦੇ ਨਾਲ ਵਾਲਿਆਂ ਨਾਲ ਗੱਲ ਕਰ ਲਓ, ਭਾਵੇਂ ਕਿਸੇ ਨਾਲ, ਉਹ ਸਭ ਕੁਝ ਇੱਕੋ ਜਿਹਾ ਹੀ ਮਿਲਗੋ ਪਾ ਜਾਂਦਾ। ਔਰ ਉਹਨਾਂ 'ਤੇ ਕੁਐਸਚਨਿੰਗ ਕਰੋ ਤੇ ਫਿਰ ਜਿਹੜਾ ਹੈ ਉਹ ਸਾਨੂੰ ਜਿਹੜੇ ਜਵਾਬ ਅਲੱਗ ਢੰਗ ਦੇ ਮਿਲਣਗੇ। ਤੁਸੀਂ ਨਾਸਤਿਕ ਹੋ, ਤੁਸੀਂ ਦੋਖੀ ਹੋ, ਪੰਥ ਦੋਖੀ ਹੋ, ਤੁਸੀਂ ਮਤਲਬ ਬੜੇ ਸਾਰੇ ਉਹਦੇ ਫਿਰ ਜਿਹੜੇ ਨੇ ਉਹਦਾ ਜਵਾਬ ਨਹੀਂ ਮਿਲੇਗਾ ਤੁਹਾਨੂੰ, ਹੋਰ ਬੜਾ ਕੁਝ ਮਿਲ ਜਾਏਗਾ ਸੁਣਨ ਨੂੰ। ਤੁਸੀਂ ਤਰਕ ਕਰਦੇ ਹੋ, ਬੜੇ ਸਾਰੇ ਸਾਨੂੰ ਇਹੋ ਜਿਹੇ ਨਾ ਉਪਾਧੀਆਂ ਮਿਲ ਜਾਣਗੀਆਂ, ਲੇਕਿਨ ਉਹ ਗੱਲ ਦਾ ਜਵਾਬ ਨਹੀਂ ਮਿਲਦਾ। ਸੋ 6 ਅਸ਼ਪਦੀਆਂ ਤੱਕ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਥੋੜ੍ਹਾ ਜਿਹਾ ਅਸੀਂ ਯਾਦ ਕਰੀਏ 6 ਅਸ਼ਪਦੀਆਂ ਤੱਕ ਦੀ। ਅਸੀਂ ਪਤਾ ਨਹੀਂ, ਮੈਨੂੰ ਯਾਦ ਨਹੀਂ ਹੁਣ ਕਿੰਨੇ ਮਹੀਨੇ ਹੋ ਗਏ ਨੇ ਸਾਨੂੰ, ਐਗਜ਼ੈਕਟ ਡੇਟ ਮੇਰੇ ਕੋਲ ਨਹੀਂ, ਲੇਕਿਨ ਜਿਤਨੇ ਵੀ 4-5 ਮਹੀਨੇ ਹੋ ਗਏ ਨੇ, 4-5 ਮਹੀਨਿਆਂ ਦੇ ਵਿੱਚ ਅਸੀਂ ਸਿਰਫ ਇਹ 5-6 ਅਸ਼ਪਦੀਆਂ ਹੀ 6 ਅਸ਼ਪਦੀਆਂ ਤੱਕ ਹੀ ਪਹੁੰਚ ਪਾਏ। ਸੋ ਇੰਨੇ ਟਾਈਮ ਦੇ ਵਿੱਚ, ਇੰਨੀਆਂ ਕਲਾਸਾਂ ਦੇ ਪਹੁੰਚਣ ਤੋਂ ਬਾਅਦ, ਇੰਨੀਆਂ ਸਭ ਕੁਝ ਵਿਚਾਰਾ ਕਰਨ ਤੋਂ ਬਾਅਦ, ਇੱਕ ਵੀ ਪੁਆਇੰਟ ਦੇ ਉੱਤੇ, ਇੱਕ ਵੀ ਲਾਈਨ, ਇੱਕ ਵੀ ਜਗ੍ਹਾ, ਇੱਕ ਵੀ ਵਰਡ ਸਾਨੂੰ ਇਹੋ ਜਿਹਾ ਨਹੀਂ ਮਿਲਦਾ ਜਿਹਦੇ ਵਿੱਚ ਕਿਸੇ ਮਨੁੱਖ ਦੇ ਨਾਲ ਜੁੜਨ ਦੀ, ਕਿਸੇ ਮਨੁੱਖ ਦੇ ਪੈਰੀ ਪੈਣ ਦੀ ਜਾਂ ਕਿਸੇ ਮਨੁੱਖ ਦੇ ਸਹਾਰਾ ਲੱਭਣ ਦੀ ਜਿਹੜੀ ਹੈ ਉਹ ਗੱਲ ਕਿਸੇ 6 ਅਸ਼ਪਦੀਆਂ ਤੱਕ ਕੀਤੀ ਗਈ ਹੈ। ਤੇ ਜੇ 6 ਅਸ਼ਪਦੀਆਂ ਤੱਕ ਇਹੋ ਜਿਹੀ ਇੱਕ ਵੀ ਗੱਲ ਨਹੀਂ ਕੀਤੀ ਗਈ ਔਰ ਸਾਰੀ ਗੱਲ ਜਿਹੜੀ ਹੈ ਉਸੀ ਰਹਾਓ ਦੀ ਪੰਕਤੀ ਦੇ ਨਾਲ ਅਸੀਂ ਰਿਲੇਟ ਕਰਕੇ ਸਮਝਦੇ ਪਏ ਹਾਂ, ਤੇ ਅਚਾਨਕ 7ਵੀਂ ਅਸ਼ਪਦੀ ਦੇ ਵਿੱਚ ਸਾਧ ਲਫ਼ਜ਼ ਆਉਂਦੇ ਹੀ ਸਾਨੂੰ ਉੱਥੇ ਕਿਉਂ ਜੋੜ ਦਿੱਤਾ ਜਾਂਦਾ ਹੈ, ਜਿਹੜਾ ਕਿ ਸਾਨੂੰ ਕਿਸੇ ਖਾਸ ਪਹਿਰਾਵੇ ਔਰ ਖਾਸ ਵੇਸ਼ਭੂਸ਼ਾ ਦੇ ਕਿਸੇ ਬੰਦੇ ਦੇ ਨਾਲ। ਇੱਕ ਸਵਾਲ ਹੀ ਨਹੀਂ ਆਇਆ ਸਾਨੂੰ। ਉਹ ਕਾਰਨ ਇਹੀ ਹੈ ਕਿ ਪਿਛਲੀਆਂ 6 ਅਸ਼ਪਦੀਆਂ ਦੀ ਵਿਚਾਰ ਕੀਤੀ ਨਹੀਂ ਗਈ ਢੰਗ ਦੇ ਨਾਲ। ਨਹੀਂ ਤੇ ਸਾਨੂੰ ਇਮੀਡੀਏਟ ਸਾਡੇ ਦਿਮਾਗ ਦੇ ਵਿੱਚ ਸਵਾਲ ਆਉਂਦਾ ਕਿ ਵੀ ਇਹ ਕਿਤੇ ਵੀ ਇਹ 6 ਅਸ਼ਪਦੀ ਤੱਕ ਇੰਨਾ ਸਾਡਾ ਮਾਈਂਡ ਡਿਵੈਲਪ ਕੀਤਾ ਹੈ ਗੁਰੂ ਸਾਹਿਬ ਨੇ, 6 ਲੈਸਨ ਪੜ੍ਹਾ ਦਿੱਤੇ ਨੇ, ਤੇ ਇੱਕੋ ਕਿਤਾਬ ਦੇ 6 ਲੈਸਨ ਹੋਣ, ਯਾਨੀ ਮੈਥਮੈਟਿਕਸ ਦੀ ਕਿਤਾਬ ਹੋਏ ਤੇ ਮੈਥਮੈਟਿਕਸ ਦੇ ਕਿਤਾਬ ਦੇ 6 ਚੈਪਟਰ ਜਾਂ 6 ਐਕਸਰਸਾਈਜ਼ ਉਹਦੀਆਂ ਹੋਣ, ਉਹ 6 ਐਕਸਰਸਾਈਜ਼ ਤੋਂ ਬਾਅਦ 7ਵੀਂ ਐਕਸਰਸਾਈਜ਼ ਇੱਕਦਮ ਕੋਈ ਹੋਰ ਹੀ ਉਹਦੇ 'ਚ ਕੋਈ ਡੱਚ ਲੈਂਗੁਏਜ ਆ ਜਾਏ ਜਾਂ ਜਰਮਨ ਜਾਂ ਫਰੈਂਚ ਜਾਂ ਕੋਈ ਹੋਰ ਭਾਸ਼ਾ ਲਿਖੀ ਹੋਏ,
ਤੇ ਬੱਚੇ ਨੂੰ ਇਹ ਸਵਾਲ ਹੋਏਗਾ ਨਹੀਂ ਵੀ 6 ਲੈਸਨ ਜਿਹੜੇ ਪਿਛਲੇ ਨੇ, ਇਹ ਮੈਥਮੈਟਿਕਸ ਇੱਕ ਸਵਾਲ ਜਵਾਬ ਸੀ, ਇੱਕ ਅਸੀਂ ਸੱਤਵਾਂ ਐਕਸਰਸਾਈਜ਼ ਹੈ, ਸੱਤਵੀਂ ਐਕਸਰਸਾਈਜ਼ ਇੱਕਦਮ ਦੂਸਰੀ ਲੈਂਗੁਏਜ ਦੇ ਕਿਉਂ ਆ ਗਈ? ਇਹ ਗਲਤੀ ਨਾਲ ਛਪ ਗਿਆ ਹੈ ਜਾਂ ਮੈਨੂੰ ਕੀ ਸਮਝਾਇਆ ਨਹੀਂ ਗਿਆ, ਜਾਂ ਮੈਨੂੰ ਸਮਝ ਨਹੀਂ ਆ ਰਹੀ, ਜਾਂ ਮੈਨੂੰ ਇਹ ਹੁਣ ਦੂਜੀ ਚੀਜ਼ ਕਿਉਂ ਪੜ੍ਹਾਈ ਜਾ ਰਹੀ ਹੈ? ਇਹਦਾ ਮਤਲਬ ਕੀ ਹੈ? ਇਸ ਕਿਤਾਬ ਦੇ ਵਿੱਚ, ਇਸ ਐਕਸਰਸਾਈਜ਼ ਦੇ ਵਿੱਚ ਇਹ ਦੂਸਰੀ ਭਾਸ਼ਾ ਜਾਂ ਦੂਸਰੀ ਲੈਂਗੁਏਜ ਦਾ ਕੀ ਮਤਲਬ ਹੈ? ਜੇ ਉਹਦੇ 'ਚ ਆ ਜਾਏ ਤੇ ਇਸੇ ਤਰ੍ਹਾਂ ਸਾਡੇ ਦਿਮਾਗ ਦੇ ਵਿੱਚ ਕਦੀ ਇਹ ਕੁਐਸਚਨ ਨਹੀਂ ਆਇਆ ਕਿ ਜਦੋਂ ਅਸੀਂ ਸਾਧ ਲਫ਼ਜ਼ ਪੜ੍ਹਿਆ ਕਿ ਸਾਧ ਇਹਦੇ ਵਿੱਚ ਆ ਗਿਆ ਤੇ ਅਸੀਂ ਸਾਧ ਦੇ ਨਾਲ ਸਾਨੂੰ ਜੋੜਨ ਦੀ ਗੱਲ ਕੀਤੀ, ਜਾਂ ਸਾਨੂੰ ਡੇਰੇਦਾਰਾਂ ਨੇ ਉਹਨਾਂ ਨੇ ਕਿਸੇ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ, ਤੇ ਸਾਨੂੰ ਇਹ ਸਵਾਲ ਹੀ ਨਹੀਂ ਆਇਆ ਕਿ ਪਿਛਲੀ 6 ਐਕਸਰਸਾਈਜ਼ ਅਸੀਂ ਕਰ ਚੁੱਕੇ ਹਾਂ, ਉਹਦੇ 'ਚ ਕਿਤੇ ਵੀ ਇਹੋ ਜਿਹੇ ਲਫ਼ਜ਼ ਨਹੀਂ, ਹੁਣ ਇਹ ਕਿਸ ਤਰ੍ਹਾਂ ਆ ਗਿਆ ਮਨੁੱਖ ਦੇ ਨਾਲ ਜੋੜਨ ਦੀ ਗੱਲ। ਸੋ ਉਹ ਜਿਹੜੀ ਅਲਰਟਨੈਸ ਸੀ ਨਾ, ਉਹ ਸਾਡੇ 'ਚ, ਉਹ ਅਸੀਂ ਅਲਰਟ ਨਹੀਂ ਰਹੇ, ਤੇ ਉਹ ਉਹਨਾਂ ਨੇ ਸਾਧਾਂ ਨੇ ਜਿਹੜੀਆਂ ਉਹ ਆਪਣੇ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ, ਨਵਾਂ ਚੈਪਟਰ, ਨਵਾਂ ਐਕਸਰਸਾਈਜ਼ ਸ਼ੁਰੂਆਤ ਕਰ, ਔਰ ਸਾਧ ਦੇ ਨਾਲ ਰਿਲੇਟਿਡ ਕਈ ਕਹਾਣੀਆਂ। ਉਹ 20 ਰੁਪਏ ਦੇ ਲੰਗਰ ਦੀ ਕਹਾਣੀ ਸੁਣ ਕੇ ਪੂਰੀ ਕੌਮ ਨੂੰ ਲੰਗਰ 'ਤੇ ਲਾ ਦਿੱਤਾ ਗਿਆ ਕਿ ਹਾਂ ਵੀ ਉਹ ਵੀ ਸਾਧਾਂ ਦੀ ਸੇਵਾ ਕਰਦੇ ਸੀ। ਗੁਰੂ ਨਾਨਕ ਸਾਹਿਬ ਭੁੱਖੇ ਸਾਧੂਆਂ ਦੀ ਸੇਵਾ ਕਰਕੇ ਆਏ ਸੀ, ਘਰ ਸਾਰਾ ਘਰੋਂ ਦੇ ਦਿੱਤੇ ਪੈਸਿਆਂ ਦੀ, ਤੇ ਹੁਣ ਅਸੀਂ ਵੀ ਸਾਧ ਹੈਗੇ ਹਾਂ, ਹੁਣ ਸਾਡੀ ਸੇਵਾ ਤੁਸੀਂ ਕਰੋ। ਐਸਾ ਸਾਡੇ ਦਿਮਾਗ ਦੇ ਵਿੱਚ ਜਿਹੜੀ ਹੈ ਗੱਲ ਪਾ ਦਿੱਤੀ ਗਈ, ਔਰ ਅਸੀਂ ਉਸੇ ਰਾਹ ਚੱਲ ਪਏ। ਪਰ ਜਿਹੜੀ ਅਲਰਟਨੈਸ ਸੀ ਨਾ, ਗੁਰਬਾਣੀ ਕਹਿੰਦੀ ਹੈ ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ, ਨਾਨਕ ਇੱਥੇ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ। ਕਹਿੰਦੇ ਗਿਆਨੀ ਉਹ ਹੁੰਦਾ ਜਿਹੜਾ ਚੇਤਨ ਹੋਏ, ਅਲਰਟ ਹੋਏ ਇੱਕਦਮ। ਅੰਧਾ ਤੇ ਅਗਿਆਨੀ ਹੁੰਦੇ, ਅਗਿਆਨੀ ਅੰਧ ਕਮਾਏ। ਸੋ ਇਸ ਸ਼ਲੋਕ ਤੋਂ, ਇਸ ਅਸ਼ਟਪਦੀ ਤੋਂ ਪਤਾ ਚੱਲਦਾ ਹੈ ਕਿ ਅਸੀਂ ਚੇਤਨ ਨਹੀਂ ਸੀ, ਅਸੀਂ ਅਲਰਟ ਨਹੀਂ ਸੀ, ਤੇ ਸਾਡੇ ਨਾਲ ਇਹ ਜਿਹੜਾ ਸਾਨੂੰ ਜਿਹੜਾ ਹੈ ਉਹ ਅੰਧ ਕਮਾਏ, ਭਾਵ ਅੰਨਿਆ ਵਾਕਣ ਸਾਨੂੰ ਕਿਸੇ ਹੋਰ ਪਾਸੇ ਹੀ ਧੂ ਕੇ ਲੈ ਗਏ ਦੇ। ਹੁਣ ਸਾਰੀ ਗੱਲ ਉੱਥੇ ਹੀ ਆਉਂਦੀ ਹੈ, ਅਗਮ ਅਗਾਧ ਪਾਰ ਬ੍ਰਹਮ ਸੋਏ। ਰਹਾਉ ਤੋਂ ਕਿਤੇ ਵੀ ਵੱਖ ਨਹੀਂ ਹੈਗਾ, ਉੱਥੇ ਵੀ ਪ੍ਰਭ ਨਾਮ ਹੈ, ਇੱਥੇ ਵੀ ਉਸੇ ਪ੍ਰਭ ਦੀ ਗੱਲ ਕੀਤੀ ਹੈ। ਅਗਮ ਅਗਾਧ ਪਾਰ ਬ੍ਰਹਮ ਸੋਏ। ਅਗਮ ਦਾ ਮਤਲਬ ਹੁੰਦਾ ਜੋ ਅੱਗੇ ਤੋਂ ਅੱਗੇ ਹੈ, ਅਗਾਧ ਦਾ ਮਤਲਬ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਬਹੁਤ ਗਹਿਰਾ ਜਾਂ ਬਹੁਤ ਡੂੰਘਾ ਜਿਹਨੂੰ ਅਸੀਂ ਕਹਿੰਦੇ ਹਾਂ। ਗੱਲ ਸਿਰਫ ਕੇਵਲ ਤੇ ਕੇਵਲ ਇੱਕ ਓਂਕਾਰ ਦੀ ਚੱਲ ਰਹੀ ਹੈ। ਉਹ ਕਿਹੜਾ ਹੈਗਾ? ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਕਹੇ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਜੋ ਕਹੇ ਸੋ ਮੁਕਤਾ ਹੋਏ, ਜਿੰਨੇ ਕਿਹਾ, ਕੇ ਤੋਂ ਭਾਵ ਹੈਗਾ ਜਿਹੜਾ ਉਸ ਮਾਰਗ ਤੇ, ਉਸ ਰਸਤੇ ਤੇ, ਉਸ ਰਾਹ ਤੇ ਚੱਲਿਆ। ਕਹੇ ਦਾ ਮਤਲਬ ਹੈ ਉਸ ਨੂੰ ਅਪਣਾਇਆ। ਜਿਸ ਨੇ ਉਸ ਨੂੰ ਅਪਣਾਇਆ ਸੋ ਮੁਕਤਾ ਹੋਏ, ਉਹ ਮੁਕਤ ਹੋ ਗਿਆ। ਹੁਣ ਮੁਕਤ ਦਾ ਵੀ ਦੇਖੋ, ਮੁਕਤੀ ਦਾ ਵੀ ਭਾਵ ਜਿਹੜਾ ਹੈ ਉਹ ਇੱਥੇ ਸੋ ਤੋਂ ਭਾਵ ਹੈ ਜੋ ਕਹੇ, ਜਿਸ ਨੇ। ਸੋ ਇਹ ਸੂ ਜਿਹੜਾ ਹੈਗਾ ਉਸ ਹਰ ਇੱਕ ਵਾਸਤੇ ਗੱਲ ਕੀਤੀ ਗਈ ਹੈ, ਉਹ ਮੁਕਤਾ ਹੋ ਜਾਂਦਾ ਹੈ। ਹੁਣ ਮੁਕਤੀ ਵਾਸਤੇ ਵੀ ਸਾਨੂੰ ਕਿੰਨਾ ਜਿਹੜਾ ਹੈ ਘੁਮਾ ਦਿੱਤਾ ਗਿਆ, ਉਹਦੇ ਅਸੀਂ ਡਿਟੇਲ ਦੇ ਵਿੱਚ ਨਹੀਂ ਜਾਂਦੇ, ਲੇਕਿਨ ਕਿੰਨੀ ਸਾਨੂੰ ਜਿਹੜਾ ਹੈ ਉਹਦੇ ਵਿੱਚ ਭਰਮ ਭੁਲੇਖੇ ਦੇ ਵਿੱਚ ਪਾਇਆ ਗਿਆ ਸਾਨੂੰ ਕਿ ਇਸ ਤਰ੍ਹਾਂ ਕਰੋ, ਇਹ ਮੁਕਤੀ ਪਾਣੀ ਹੈ, ਮੁਕਤੀ ਦੇ ਸਾਧਨ ਦੱਸੇ ਗਏ, ਮੁਕਤੀ ਬੜਾ ਕੁਝ ਸਾਨੂੰ ਮੁਕਤੀ ਦੇ ਬਾਰੇ ਦੱਸਿਆ ਗਿਆ, ਸਾਨੂੰ ਉਹ ਭਰਮਾਂ ਦੇ ਵਿੱਚ ਸਾਨੂੰ ਪਾ ਦਿੱਤਾ ਗਿਆ, ਉਸ ਡਿਟੇਲ ਦੇ ਵਿੱਚ ਅਸੀਂ ਨਹੀਂ ਜਾ ਰਹੇ। ਪਰ ਕਿੰਨੀ ਸਪਸ਼ਟ ਗੱਲ ਸਿੱਧੀ ਜਿਹੜੀ ਸਾਨੂੰ ਗੁਰਬਾਣੀ ਦੇ ਵਿੱਚ ਮਿਲਦੀ ਹੈ। ਜੇ ਕੋ ਗੁਰ ਤੇ ਬੇਮੁਖ ਹੋਏ, ਮਿਣ ਸਤਿਗੁਰ ਮੁਕਤ ਨਾ ਪਾਏ, ਪਾਵੇ ਮੁਕਤ ਨਾ ਹੋਰ ਥੈ ਕੋਈ, ਪਿਛੋ ਬੋ ਵੇਖਿਆ ਜਾਏ, ਅਨੇਕ ਜੂਨੀ ਭਰਮ ਆਏ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ।
ਹੁਣ ਸਤਿਗੁਰ ਸ਼ਬਦ ਸੁਣਾਏ ਤਾਂ ਜਦ ਤੱਕ ਨਹੀਂ ਹੁੰਦਾ ਤਦ ਤੱਕ ਮੁਕਤੀ ਨਹੀਂ। ਅਦਰਵਾਈਜ਼ ਹੁਣ ਸਤਿਗੁਰ ਸ਼ਬਦ ਸੁਣਾਏ ਦੀ ਮੁਕਤੀ ਦਾ ਮਤਲਬ ਇੱਥੇ ਜੰਮਦੇ ਆ ਨਾ, ਕਿਸੇ ਦੁਨੀਆ ਦੇ ਵਿੱਚ ਰਹਿੰਦੇ ਹੋਏ, ਔਰ ਸਾਫ਼ ਸਾਨੂੰ ਮੁਕਤੀ ਦਾ ਮਾਰਗ ਦੱਸ ਦਿੱਤਾ ਮਰਨ ਤੋਂ ਬਾਅਦ ਦਾ, ਔਰ ਉਹਦੇ ਬਾਰੇ ਬਿਲਕੁਲ ਸਪਸ਼ਟ ਗੁਰਬਾਣੀ ਦੱਸਦੀ ਹੈ। ਬੇਣੀ ਕਹੇ ਸੁਨੋ ਰੇ ਸੰਤੋ ਮਰਨ ਮੁਕਤ ਕਿਨ ਪਾਈ, ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ। ਇੱਥੇ ਗੁਰੂ ਸਾਹਿਬ ਕਹਿੰਦੇ ਜੋ ਜੋ ਕਹੈ ਸੋ ਮੁਕਤਾ ਹੋਏ, ਜਿਨੇ ਜਿਨੇ ਉਸ ਨੂੰ ਅਪਣਾਇਆ ਉਹ ਹੁਣੇ ਹੀ ਮੁਕਤ ਹੋ ਗਿਆ। ਸਤਿਗੁਰ ਸ਼ਬਦ ਸੁਣਾਏ ਜਿਹਦੀ ਗੱਲ ਕਰਦੇ, ਫਿਰ ਮੁਕਤ ਪਾਏ ਲਾਗ ਚੱਲੀ। ਸਤਿਗੁਰ ਸ਼ਬਦ ਸੁਣਾਏ, ਜਿਸਨੇ ਸ਼ਬਦ ਨੂੰ, ਸ਼ਬਦ ਭਾਵ ਉਹ ਗਿਆਨ ਲਿਆ, ਇਹ ਜਿਹੜੀ ਹੈ ਨਾ, ਇਹ ਜਦ ਤੱਕ ਉਹ ਸ਼ਬਦ ਤੋਂ ਭਾਵ ਉਸ ਗਿਆਨ ਦੇ ਨਾਲ ਹੈ, ਉਹ ਟੈਕਨੀਕ ਦੇ ਨਾਲ ਹੈ, ਉਸ ਗੁਰ ਦੇ ਨਾਲ। ਜਦ ਤੱਕ ਗੁਰੂ ਤੋਂ ਉਹ ਗਿਆਨ ਨਹੀਂ ਮਿਲਿਆ, ਸਤਿਗੁਰ ਤੋਂ ਉਹ ਟੈਕਨੀਕ ਨਹੀਂ ਮਿਲੀ। ਮੈਂ ਨਾ ਪਿੱਛੇ ਸਟੋਰੀ ਪੜ੍ਹ ਰਿਹਾ ਸੀ, ਸਟੋਰੀ ਤਾਂ ਬੜੀ ਅਲੱਗ ਜੀ ਹੈ, ਲੇਕਿਨ ਬੜੀ ਇਹਦੇ ਨੁਕਤੇ ਦੀ ਗੱਲ ਹੈ। ਸਟੋਰੀ ਵੀ ਸੀ ਕਿ ਇੱਕ ਬੰਦੇ ਨੇ ਨਾ ਕੋਈ ਕਿਸੇ ਦੂਸਰੇ ਸ਼ਹਿਰ ਗਿਆ, ਉੱਥੇ ਦੇਖਿਆ ਬੜੇ ਸਾਰੇ ਤੋਤੇ ਵਿਕਦੇ ਸੀ, ਤੇ ਇੱਕ ਤੋਤਾ ਉਹਨੇ ਖਰੀਦ ਲਿਆ। ਤੋਤਾ ਖਰੀਦ ਕੇ ਲੈ ਆਇਆ ਘਰ, ਤੇ ਘਰ ਲਿਆਇਆ ਤਾਂ ਉਹਨੇ ਵਧੀਆ ਜਿਹਾ ਨਾ ਉਹਦੇ ਵਾਸਤੇ, ਕਿਉਂਕਿ ਅਮੀਰ ਬੜਾ ਸੀ ਬੰਦਾ, ਪਿੰਜਰਾ ਬਣਵਾਇਆ ਉਹਨੇ ਸੋਨੇ ਦਾ, ਬੜਾ ਵਧੀਆ ਸੋਨੇ ਦਾ ਪਿੰਜਰਾ ਬਣਾਇਆ, ਤੇ ਅੰਦਰ ਉਹਨੂੰ ਰੋਜ਼ ਉਹਨੂੰ ਜਿਹੜਾ ਬੜਾ ਵਧੀਆ ਉਹਨੂੰ ਭੋਜਨ ਦੇਵੇ, ਖਾਣ ਪੀਣ ਨੂੰ, ਚੂਰੀ ਇਹ ਉਹ ਬੜਾ ਕੁਝ ਵਧੀਆ ਵਧੀਆ ਭੋਜਨ ਦੇਵੇ। ਤੇ ਤੋਤਾ ਵੀ ਅੰਦਰ ਬੈਠਾ ਹੋਇਆ ਸੀ ਕਾਫੀ ਟਾਈਮ ਤੋਂ। ਇੱਕ ਦਿਨ ਵਾਪਸ ਉਹਨੂੰ ਨਾ ਉਸ ਬੰਦੇ ਨੂੰ ਕਿਤੇ ਉਸੇ ਸ਼ਹਿਰ ਵਾਪਸ ਜਾਣਾ ਪਿਆ ਜਿੱਥੋਂ ਤੋਤਾ ਲਿਆਂਦਾ ਸੀ। ਹੁਣ ਹੈ ਤੇ ਇੱਕ ਸਟੋਰੀ ਸੀ, ਉਹਨੂੰ ਕਹਿੰਦਾ ਹੈ ਕਿ ਮੈਂ ਤੇਰੇ ਸ਼ਹਿਰ ਜਾ ਰਿਹਾ ਜਿੱਥੇ ਮੈਂ ਤੈਨੂੰ ਲਿਆ ਸੀ, ਕੋਈ ਤੇਰੇ ਮਿੱਤਰ, ਕੋਈ ਯਾਰ ਦੋਸਤ, ਕੋਈ ਬੇਲੀ ਤਾਂ ਹੈ ਨਹੀਂ, ਤੇ ਕੋਈ ਸੰਦੇਸ਼ਾ ਦੇਣਾ ਚਾਹੁੰਦਾ ਤੇ ਦੱਸ। ਤੇ ਉਹ ਕਹਾਣੀ ਕਹਿੰਦੀ ਹੈ, ਉਹ ਤੋਤਾ ਉਹਨੂੰ ਕਹਿੰਦਾ ਕਿ ਫਲਾਣੀ ਜਗ੍ਹਾ ਜਾਈ ਤੂੰ, ਉੱਥੇ ਬਾਗ ਹੈ, ਤੇ ਬਾਗ ਦੇ ਵਿੱਚ ਇਸ ਤਰ੍ਹਾਂ ਪੇੜ ਹੋਏਗਾ, ਉਹਦੇ ਉੱਤੇ ਕੁਛ ਬੈਠੇ ਹੋਣਗੇ ਤੋਤੇ, ਮੇਰੇ ਯਾਰ ਦੋਸਤ ਨੇ ਦੋ ਚਾਰ, ਤੇ ਉਹਨਾਂ ਨੂੰ ਸਿਰਫ ਇੰਨਾ ਕਹਿ ਦੇਈਂ ਕਿ ਸੋਨੇ ਦੇ ਪਿੰਜਰੇ 'ਚ ਰਹਿੰਦਾ ਵਾਂ, ਵਧੀਆ ਚੂਰੀ ਖਾਂਦਾ ਵਾਂ, ਤੇ ਆਨੰਦ ਮਾਣ ਰਿਹਾ, ਬਸ ਇੰਨੀ ਗੱਲ ਕਹਿ ਰਹੀ। ਉਹ ਕਹਿੰਦਾ ਵੀ ਚੱਲ ਚੰਗੀ ਗੱਲ ਹੈ, ਇਹਨੇ ਤਾਂ ਬੜੀ ਮੇਰੀ ਤਾਰੀਫ ਕੀਤੀ ਹੈ, ਬਈ ਸੋਨੇ ਦੇ ਪਿੰਜਰੇ 'ਚ ਰਹਿ ਰਿਹਾ, ਵਧੀਆ ਭੋਜਨ ਚੂਰੀ ਖਾ ਰਿਹਾ ਤੇ ਆਨੰਦ ਮਾਣ ਰਿਹਾ। ਤੇ ਉਹ ਵੀ ਗਿਆ ਉੱਥੇ ਘੁੰਮਦੇ, ਫਿਰ ਉੱਥੇ ਲੱਭਿਆ, ਉਹਨੇ ਕਹਿੰਦਾ ਚਲੋ ਮੇਰੇ ਘਰ ਦਾ ਤੋਤਾ ਤੇ ਸੰਦੇਸ਼ ਦੇ ਦੇਵਾਂ। ਉੱਥੇ ਪੇੜ ਦੇ ਥੱਲੇ ਗਿਆ, ਤੇ ਉੱਥੇ ਬੈਠੇ ਹੋਏ ਸੀ ਕੁਝ ਉਹਦੇ ਮਿੱਤਰ ਬੇਲੀ, ਤੇ ਉਹਨੇ ਉਹ ਕਹਾਣੀ ਆਈ, ਕਹਿੰਦੀ ਕਿ ਉਹਨੇ ਕਿਹਾ ਵੀ ਤੁਹਾਡਾ ਇੱਕ ਮਿੱਤਰ, ਤੁਹਾਡਾ ਇੱਕ ਦੋਸਤ ਜਿਹੜਾ ਉਹ ਮੇਰੇ ਕੋਲ ਉੱਥੇ ਹੈਗਾ ਘਰ, ਤੇ ਉਹਨੇ ਸੰਦੇਸ਼ਾ ਭੇਜਿਆ। ਤੇ ਉਹ ਪੇੜ ਤੇ ਡਾਲ ਤੇ ਬੈਠੇ ਤੋਤੇ ਕਹਿੰਦੇ ਨੇ ਅੱਛਾ ਵੀ ਬਹੁਤ ਵਧੀਆ ਤੇਰੇ ਕੋਲ ਬੈਠਾ, ਤੇ ਕੀ ਸੰਦੇਸ਼ਾ ਉਹਦਾ? ਤੇ ਕਹਿੰਦਾ ਜੀ ਉਹਨੇ ਮੈਨੂੰ ਸੰਦੇਸ਼ਾ ਭੇਜਿਆ, ਸੋਨੇ ਦੇ ਪਿੰਜਰੇ 'ਚ ਰਹਿੰਦਾ ਵਾਂ, ਵਧੀਆ ਚੂਰੀ ਖਾਂਦਾ ਵਾਂ, ਆਨੰਦ ਮਾਣਦਾ। ਇਹ ਸੁਣਨਾ ਸੀ ਕਿ ਉਹ ਜਿਹੜੇ ਉੱਤੇ ਬੈਠੇ ਸੀ ਨਾ ਤੋਤੇ ਦੋ ਚਾਰ, ਉਹ ਸਿੱਧੇ ਜ਼ਮੀਨ 'ਤੇ ਡਿੱਗੇ, ਇਸ ਤਰ੍ਹਾਂ ਬਿਲਕੁਲ ਮੁੱਦੇ ਹੋ ਕੇ ਡਿੱਗੇ ਜ਼ਮੀਨ 'ਤੇ, ਮਰ ਗਏ ਜੀ। ਉਹਨੇ ਦੇਖਿਆ ਵੀ ਇਹ ਕੀ ਹੋ ਗਿਆ, ਵੀ ਗੱਲ ਸੁਣਾਈ ਹੈ ਤੇ ਤੋਤੇ ਮਰ ਗਏ ਨੇ। ਉਹ ਕਹਿੰਦਾ ਮੈਂ ਕੀ ਕਰਾਂ, ਵੀ ਚਲੋ ਮਰ ਗਏ ਤੇ ਮਰ ਗਏ, ਮਰਿਆ ਤੋਤਿਆਂ ਨੂੰ ਮੈਂ ਕੀ ਕਰਾਂ, ਵਾਪਸ ਆ ਗਿਆ। ਆ ਕੇ ਉਹਨੇ ਤੋਤੇ ਨੂੰ ਕਹਿੰਦਾ ਵੀ ਬੜੀ ਅਜੀਬ ਜੀ ਗੱਲ ਹੋਈ ਤੇਰੇ ਦੋਸਤਾਂ ਦੇ ਨਾਲ, ਤੇ ਬੜਾ ਅਫਸੋਸ ਹੋਇਆ ਮੈਨੂੰ। ਕਹਿੰਦਾ ਕੀ ਹੋਇਆ? ਕਹਿੰਦਾ ਮੈਂ ਉਹਨਾਂ ਨੂੰ ਦੱਸਿਆ, ਤੇਰਾ ਸੰਦੇਸ਼ ਦਿੱਤਾ, ਇੰਨੀ ਗੱਲ ਕਹੀ ਹੈ ਕਿ ਵਧੀਆ ਚੂਰੀ ਖਾਂਦਾ ਵਾਂ ਤੇ ਆਨੰਦ ਮਾਣਦਾ ਵਾ, ਉਹ ਥੱਲੇ ਡਿੱਗ ਗਏ, ਮੁੱਦੇ ਹੋ ਗਏ। ਇੰਨੀ ਗੱਲ ਕਹਿਣੀ ਸੀ ਕਿ ਉਹ ਤੋਤਾ ਵੀ ਜਿਹੜਾ ਨਾ ਮੁੱਦਾ ਹੋ ਗਿਆ, ਡਿੱਗ ਗਿਆ, ਉੱਥੇ ਹੀ ਮਰ ਗਿਆ ਉਹ ਪਿੰਜਰੇ ਵਿੱਚ ਹੀ। ਬੰਦਾ ਕਹਿੰਦਾ ਬੜੀ ਅਜੀਬ ਗੱਲ ਆ ਵੀ ਇਹ ਕੀ ਹੋ ਗਿਆ। ਉਹ ਕਹਿੰਦਾ ਹੁਣ ਮਰ ਗਿਆ, ਤੇ ਉਹਨੇ ਪਿੰਜਰੇ 'ਚੋਂ ਕੱਢਿਆ ਬਾਹਰ ਕੱਢਣ ਦੀ ਦੇਰ ਸੀ ਕਿ ਤੋਤਾ ਉੱਡ ਗਿਆ, ਉੱਡ ਕੇ ਜਿਹੜੀ ਉੱਤੇ ਡਾਲ 'ਤੇ ਬਹਿ ਗਿਆ ਜਾ ਕੇ। ਉਹ ਕਹਿੰਦਾ ਹੈਰਾਨ ਹੋ ਗਿਆ ਵੀ ਹੁਣ ਛੱਡ ਤਾਂ ਸਕਦਾ ਨਹੀਂ ਸੀ। ਕਹਿੰਦਾ ਵੀ ਇਹ ਗੱਲ ਕੀ ਹੋਈ ਹੈ, ਕਹਾਣੀ ਕੀ ਹੋਈ ਹੈ? ਉਹ ਵੀ ਮਰ ਗਏ, ਤੂੰ ਵੀ ਮਰ ਗਿਆ, ਕੀ ਕੀਤਾ ਤੂੰ?
कहता दरअसल मैं तेरे हथ संदेश भेजा सी कि मैं सोने के पिंजरे च रहिंदा वां, चूड़ी ते खा रहा, पर मैं इत्थों मुकत किस तरह होवां। उन्होंने मैनू एक टेक्नीक दसी सी, बस ਇਹ नुकता मैं दसा कि इस तरह मर जा एक बारी तो तेन बाहर कढ़ेगा तो टूट जाए। वो नुकता मैं नुकता तू लिया के मैनू दे दिता बस। मतलब कहने की तो कहानी है, लेकिन ये जी गुर है ना, गुर दसदा सानू जिन्होंने असीं कहने फिर मुकत पाए लाग चरनी सतगुर शब्द सुनाए। वो जी टेक्नीक सानू मिलती है ना गुरबाणी के विचों मुकत होने की, बस वो मुकत होना बड़ा जरूरी है। और लेकिन वो टेक्नीक गुरु दिंदा है, वो टेक्नीक सतगुरु तो मिलती। लेकिन उस टेक्नीक तो अपनाने तो पहले सब तो जरूरी है होंदा है कि साडे कोल बंधन है किहड़े। सानू यही नहीं समझ आई अज तक कि असीं किहड़े बंधनां दे विच फसे हुए हैं। मुक्ति लैण तो पहले असीं ढंग ते बाद दी गल है, पहले यह तो समझिए कि साडे कोल बंधन है कि किहड़े बंधनां च असीं फसे हुए हैं। असीं छुटना भी चाहते हैं, उन्होंने बंधनों तो नहीं छुटना चाहते। फ्रांस के जो रेवोल्यूशन हुई ना, फ्रांस की जो क्रांति हुई है, तो फ्रांस के हिस्टरी पढ़ के देखना, फ्रांस के उन्होंने जो क्रांति हुई तो जेलों के जाके ना जेलों तोड़ दी। और जेलों तोड़न तो बाद जोड़े उत्थे कैदी सी, जोड़े उत्थे तो पहले जो किंग सी उन्हें बड़े सारे कैदी बनाए हुए कई सालों तो बड़िया बड़िया बेड़ियां लखियां सी उन्होंने। वो कैदियों को उन्होंने छुड़ा दिता क्रांतिकारियों ने, तो उन्होंने आज़ाद कर दिता कि तुसीं जाओ। उस टाइम वो जोड़े निकल गए बाहर जोड़े कैदी सी, लेकिन शाम होंदे होंदे वापस वो कैदी उसी जेल च वापस आ गए। वो कहते असीं बाहर साढ़े कोल रहा ही नहीं जा रहा जी, इतनी रोशनी साढ़े कोल बर्दाश्त नहीं हो रही। इत्थे बैठे ही सानू हुण बेड़ियां कमरा सब कुछ सानू यही साडा कर लिया, सानू तो यही इत्थे ही ठीक लगता। सो साडे ते भी वही गल लगती है कि बंधन जंजीरां सानू पहले तो पहचानिए सही कि असीं छुटना भी चाहते हैं कि नहीं छुटना चाहते। वो बंधन और जंजीर है कि किहड़ियां, वो बंधन है नानक अवगुण जेतड़े तेतड़ी गली जंजीर। वो सारे अवगुण जिहड़े ना वो बंधन ने सर। क्या असीं उन्हां बंधनां तो छुटना चाहते हैं? और बंधन किहड़े किहड़े ने असीं उन्हां नूं पहचाणिया, मुकत ते बाद च होवांगे। पहले असीं ये आइडेंटिफाई तो करिए साडे कोल बंधन है किहड़े किहड़े, असीं उन्हां तो छुटना भी चाहते हैं कि नहीं छुटना चाहते। जिहड़ा लफज खालसा सी ना, असीं कई बारी डिस्कस किया पहले भी कि खालसा लफज सी खलासी तो, खलास मतलब बंधन तो जिहड़ा खलास हो गया, बंधन तो जिहड़ा मुकत हो गया। हुण वो बंधन जिहड़े ने उस सारे वो बंधन ने जिस बंधना करके साडी जिहड़ियां जिंदगी जिहड़ी रुकी हुई है। साडी जिंदगी असीं जिहड़ी खुशी लेना चाहते हैं ना, जो असीं एक लाइफ नूं जीना चाहते हैं, इंजॉय करना चाहते हैं, ਉਹਦੇ ਵਿੱਚ उस विकास उस खेड़े ਦੇ ਵਿੱਚ ਸਾਨੂੰ ਕਿਹੜੇ ਕਿਹੜੇ ਬੰਧਨ ਪਏ ਹੋਏ ਨੇ, उसनूं आइडेंटिफाई करिए। बहुत सारे बंधन होंगे, मैं असी अपने अपने हिसाब नाल देख सकते हैं, लेकिन कुछ बंधन ऐसे ने जिन्हों असी कहने कि पुरानियां जो बीत चुका है समा भूतकाल जो असी कहते हैं, उहदियां यादां और भविख की चिंता, दोनों जिहड़ियां चीज़ां ना साडे ते बड़ा वड्डा बंधन जो सानू एट प्रेजेंट अज इमीडिएट हुणे इस मूवमेंट जिहड़ी खुशी है ना, सानू उस खुशी नू, उस खेड़े नू, उस विकास नू इंजॉय करन दे विच रोकदा है। जदों भी असीं इमीडिएट असीं दो खुशी दे जिहड़े साडे पल ना, वो एक मिनट दे विच साडे जिहड़े रुखसत उड़ जांदे ने, बस पिछले और अगले गल्लां नू सोच के या भविख की चिंता लैके या पुराने जो पीछे दे उहदे वास्ते लै अज दी एट प्रेजेंट जिहड़ी मूवमेंट है ना, उसकी खुशी नूं असीं इंजॉय नहीं कर पाते। गुरबाणी च असीं पढ़दे हैं, दोए पुड़ चक्की जोड़ के पीसण आए बिट, जो दर रहे सो करे नानक अजे बटिट। वो दो पुड़ जिहड़े ने ना भविख दे ते बीते समय दे, वो चक्की दे जदों पीस से कहना सारी, लेकिन जो दर रहे सो उभरे, जिहड़े सेंटर दे विच ने ना वर्तमान दे विच,
ਉਹ ਯੁਗਰੇ। ਸੋ ਇਹਨਾਂ ਮੁਕਤਾਂ ਤੋਂ ਸੁਣ ਮੀਤਾ ਨਾਨਕ ਬਿਨਵੰਤਾ। ਬਿਨਵੰਤਾ ਹੁਣ ਦੇਖੋ ਕਿੰਨੀ ਗੱਲ ਅਸੀਂ ਸਮਝਣ ਦੀ ਹੈ ਕਿ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਆਈ ਹੈ। ਅੱਜ ਸਾਡੇ ਕੋਲ ਸ਼ਲੋਕ ਸਾਹਮਣੇ ਨਹੀਂ ਹੈਗਾ, ਲੇਕਿਨ ਤੁਸੀਂ ਖੋਲ ਕੇ ਦੇਖਣਾ, ਨਾਨਕ ਜੀ ਕਹਿ ਰਹੇ ਨੇ। ਸਾਨੂੰ ਪਿੱਛੇ ਕਈ ਵਾਰੀ ਕਈ ਜਗ੍ਹਾ ਮਿਲਦਾ ਨਾਨਕ ਮੁਕਤਾ, ਲੇਕਿਨ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ। ਸੁਣ ਮੀਤਾ ਨਾਨਕ ਬਿਨਵੰਤਾ, ਨਾਨਕ ਬੇਨਤੀ ਕਰ ਰਹੇ। ਉਹ ਦੇਖੋ ਕਿੰਨੀ ਨਮਰਤਾ, ਕਿੰਨੀ ਹੰਬਲਨੈਸ ਹੈ ਕਿ ਇੱਥੇ ਗੁਰੂ ਨਾਨਕ ਸਾਹਿਬ ਜਿਹੜੀ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਦੇ ਰੂਪ ਦੇ ਵਿੱਚ ਜਿਹੜੀ ਗੱਲ ਕਰ ਰਹੇ ਨੇ, ਉਹ ਬਿਨਵੰਤਾ ਬੇਨਤੀ ਕਰ ਰਹੇ ਨੇ, ਹੁਕਮ ਨਹੀਂ ਕਰ ਰਹੇ। ਸਾਧ ਜਨਾ ਕੀ ਅਚਰਜ ਕਥਾ। ਸਾਧ ਦੇ ਧੱਦੇ ਨੂੰ ਔਂਕੜ ਨਹੀਂ ਹੈ, ਪਲੂਰਲ ਸੈਂਸ ਦੇ ਵਿੱਚ ਹੈਗਾ। ਸੋ ਇੱਥੇ ਸਾਧ ਤੋਂ ਭਾਵ ਹੋਏਗਾ ਜੋ ਸਿੱਖਿਆਵਾਂ, ਜੋ ਟੀਚਿੰਗਸ ਜਿਹੜੀਆਂ ਨਾ। ਹੁਣ ਦੇਖੋ ਜਦੋਂ ਇੱਥੇ ਜੋ ਸਾਧੂ ਲਫ਼ਜ਼ ਜਾਂ ਸਾਧ ਲਫ਼ਜ਼ ਅਸੀਂ ਕਿਸੇ ਖਾਸ ਬੰਦੇ ਨੂੰ ਮੰਨ ਲਾਂਗੇ, ਉਸ ਤੋਂ ਬਾਅਦ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਪੜ੍ਹਾਂਗੇ ਏਕ ਜੋ ਸਾਧੂ ਮੋਏ ਮੁਲਿਓ ਤਿਨਲੀ ਵੰਚਲ ਲਾਏ, ਕਬੀਰ ਸਾਹਿਬ ਦਾ ਸ਼ਲੋਕ ਹੈ। ਉਹ ਕਬੀਰ ਸਾਹਿਬ ਨੂੰ ਫਿਰ ਕਿਹੜਾ ਸਾਧੂ ਮਿਲਿਆ ਹੋਇਆ? ਉੱਥੇ ਕਬੀਰ ਸਾਹਿਬ ਨੇ ਕਦੀ ਕਿਸੇ ਸਾਧੂ ਦਾ ਜ਼ਿਕਰ ਨਾਮ ਤੇ ਦੱਸਿਆ ਹੀ ਨਹੀਂ। ਤਾਂ ਸਾਧੂ ਤੋਂ ਭਾਵ ਸੱਦਿਆ ਹੋਇਆ, ਸਾਧਨਾ। ਸਾਧ ਤੋਂ ਭਾਵ ਹੁੰਦਾ ਬਿਲਕੁਲ ਸਦੀ ਹੋਈ। ਸਦੀ ਅਸੀਂ ਕਹਿੰਦੇ ਹਾਂ ਸਾਧ ਅੱਗੇ ਨਿਸ਼ਾਨਾ ਲਗਾਓ। ਸਾਧ ਦਾ ਮਤਲਬ ਬਿਲਕੁਲ ਸਿੱਧਾ, ਬਿਲਕੁਲ ਪਰਫੈਕਟ, ਜਿਹਨੂੰ ਅਸੀਂ ਕਹਿੰਦੇ ਹਾਂ। ਜਾਂ ਅਸੀਂ ਸ਼ਬਦ ਆਉਂਦਾ ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਉਹ ਸਾਧੂ ਸੰਗ, ਸਾਧ ਮਤਲਬ ਹੁੰਦਾ ਬਿਲਕੁਲ ਸੱਦਿਆ ਹੋਇਆ, ਬਿਲਕੁਲ ਪਰਫੈਕਟ ਜਿਹੜੀ ਚੀਜ਼ ਹੈ। ਇੱਕ ਜਗ੍ਹਾ ਗੁਰਬਾਣੀ ਅਸੀਂ ਪੜ੍ਹਦੇ ਹਾਂ, ਇਹ ਮਨੁ ਮੂਰਖ ਲੋਭੀਆ ਲੋਭੇ ਲਗਾ ਲੁਭਾਨ, ਸ਼ਬਦ ਨ ਭੀਜੇ ਸਾਖਤਾ ਦੁਰਮਤ ਆਵਨ ਜਾਨ। ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ। ਦੇਖੋ ਕਿੰਨਾ ਸਪਸ਼ਟ ਹੈ। ਜੇ ਅਸੀਂ ਇਸ ਤਰ੍ਹਾਂ ਉਸ ਲਫ਼ਜ਼ ਨੂੰ ਸਮਝੀਏ, ਪੜ੍ਹੀਏ ਜਾਂ ਰੈਗੂਲਰ ਅਸੀਂ ਇਹਦੀ ਪ੍ਰੈਕਟਿਸ ਕਰਦੇ ਹੋਈਏ ਤਾਂ ਸਾਡੇ ਵਾਸਤੇ ਇਹ ਸਮਝਣਾ ਬੜਾ ਸੌਖਾ ਹੋ ਜਾਏ। ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ। ਹੁਣ ਤੇ ਸਤਿਗੁਰ ਨੂੰ ਸਾਧੂ ਕਿਹਾ ਗਿਆ। ਸਤਿਗੁਰ ਦਾ ਮਤਲਬ ਹੁੰਦਾ ਉਹੀ ਗੁਰ, ਟੈਕਨੀਕ। ਸੋ ਸਾਰੀ ਜਿਤਨੀ ਵੀ ਅਸੀਂ ਗੱਲ ਅਸੀਂ ਸਮਝੀਏ ਕਿ ਜਦ ਤੱਕ ਅਸੀਂ ਗੁਰਬਾਣੀ ਨੂੰ ਆਪ ਨਹੀਂ ਸਮਝਾਂਗੇ, ਸਾਧ ਜਨਾ ਕੀ ਅਚਰਜ ਕਥਾ, ਉਹ ਇਹ ਅਚਰਜ ਕਥਾ ਉਸ ਸਦੀ ਹੋਈ ਚੀਜ਼ ਦੇ ਨਾਲ ਜਦ ਤੱਕ ਅਸੀਂ ਜੁੜਾਂਗੇ ਨਹੀਂ, ਤਦ ਤੱਕ ਜਿਹੜਾ ਹੈ ਸਾਡਾ ਕੋਈ ਵੀ ਮੁਕਤੀ ਹੋਣ ਦਾ ਸਾਨੂੰ ਕੋਈ ਸਾਧਨ ਨਹੀਂ ਮਿਲੇਗਾ, ਕੋਈ ਤਰੀਕਾ ਨਹੀਂ। ਜਦ ਤੱਕ ਅਸੀਂ ਆਪ ਜਦ ਤੱਕ ਇਸ ਨੂੰ ਪੜ੍ਹਾਂਗੇ ਨਹੀਂ, ਇਹਨਾਂ ਬੰਧਨਾਂ ਤੋਂ ਨਹੀਂ ਨਿਕਲ ਸਕਦੇ, ਭੁਲੇਖੇ ਨਹੀਂ ਨਿਕਲ ਸਕਦੇ। ਸਾਡੇ ਭੁਲੇਖੇ ਹੀ ਬੜੇ ਬੰਧਨ ਹੈਗੇ। ਫਿਰ ਜਿਹੜੀ ਅਸੀਂ ਸਭ ਤੋਂ ਪਹਿਲੇ ਗੱਲ ਕੀਤੀ ਸੀ ਨਾ, ਫਿਰ ਸਾਨੂੰ ਜਿਹੜਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਸਾਵਲੀ ਇਹਨਾਂ ਦੀ ਇਹ ਜੀ ਹੈ, ਫਲਾਣੇ ਇਹਦੇ ਵਿੱਚੋਂ ਨਿਕਲੇ ਨੇ। ਔਰ ਅਸੀਂ ਗੱਲ ਕੀਤੀ ਹੈ ਕਿ ਸਿੱਖ ਜਿਹੜਾ ਹੈ ਉਹ ਬਣਿਆ ਜਾਂਦਾ ਹੈ। ਬਾਬਾ ਲਹਿਣਾ ਜੀ, ਉਹਨਾਂ ਦੀ ਪੰਸਾਵਲੀ ਕਿਹੜੀ ਸੀ, ਕਿੱਥੇ ਕਿਹੜੇ ਘਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਉਹ ਅਲੱਗ ਗੱਲ ਸੀ। ਲੇਕਿਨ ਜਦੋਂ ਗੁਰੂ ਨਾਨਕ ਸਾਹਿਬ ਕੋਲ ਆਏ ਤਾਂ ਸਿੱਖ ਬਣੇ। ਉਹਨਾਂ ਨੇ ਉਹ ਸਿੱਖਿਆਵਾਂ ਧਾਰਨ ਕੀਤੀਆਂ ਤੇ ਸਿੱਖ ਬਣੇ। ਪੰਜ ਪਿਆਰੇ ਕਿਹੜੇ ਘਰਾਣਿਆਂ ਦੇ ਵਿੱਚ ਪੈਦਾ ਹੋਏ, ਉਹ ਅਲੱਗ ਮੁੱਦਾ ਹੈ। ਲੇਕਿਨ ਜਦੋਂ ਇਸ ਰਾਹ 'ਤੇ ਤੁਰ ਪਏ ਤੇ ਫਿਰ ਉਹ ਸਿੱਖ ਬਣੇ। ਬਾਬਾ ਬੰਦਾ ਸਿੰਘ ਬਹਾਦਰ, ਪਿਛਲਾ ਕੀ ਸੀ ਇਤਿਹਾਸ, ਉਹਦਾ ਅਲੱਗ ਗੱਲ ਹੈ। ਲੇਕਿਨ ਜਦੋਂ ਇਸ ਰਸਤੇ 'ਤੇ ਤੁਰੇ ਤੇ ਉਹ ਸਿੱਖ ਬਣੇ। ਪਤਾ ਨਹੀਂ ਕਿਤਨੇ ਹੀ ਐਸੇ ਐਗਜ਼ਾਮਪਲ ਸਾਨੂੰ ਹੋਰ ਮਿਲ ਜਾਣਗੇ। ਸੋ ਉਹ ਜਿਹੜਾ ਨਾ, ਇਹ ਸਾਰੀਆਂ ਅਸੀਂ ਗੱਲਾਂ ਜਦੋਂ ਅਸੀਂ ਸਾਨੂੰ ਸਮਝਦੇ ਜਾਵਾਂਗੇ, ਫਿਰ ਸਾਨੂੰ ਕੋਈ ਵੀ ਸਾਨੂੰ ਭੁਲੇਖਾ ਭਰਮ ਜਾਂ ਇਸ ਹੋਈ ਗੱਲਾਂ ਕਹਿ ਕੇ ਨਾ ਸਾਨੂੰ ਡੋਲਾ ਨਹੀਂ ਸਕਦਾ। ਲੇਕਿਨ ਕਿਉਂਕਿ ਸਾਡੀ ਖੁਦ ਦੀ ਸਟੱਡੀ ਉਸ ਤਰ੍ਹਾਂ ਦੀ ਨਹੀਂ ਹੈ, ਉਸ ਢੰਗ ਦੇ ਨਾਲ ਨਹੀਂ ਹੈ, ਇਸ ਕਰਕੇ ਸਾਨੂੰ ਇਹ ਭੁਲੇਖੇ ਭਰਮ
ਪਾਏ ਜਾਂਦੇ ਨੇ ਉਸੇ ਭਰਮਾਂ ਦੇ ਵਿੱਚ ਪੈ ਜਾਂਦੇ ਆ। ਹਰ ਇੱਕ ਦਾ ਫਰਜ਼ ਹੈ ਇਹ ਚੀਜ਼ ਕਰਨੀ, ਸਮਝਣੀ। ਅੱਜ ਦਿਨ ਜਿਹੜਾ 28 ਅਗਸਤ ਦਾ, ਸੋ 1926 ਨੂੰ 28 ਅਗਸਤ ਨੂੰ ਅੱਜ ਹੀ SGPC ਜਿਹੜੀ ਹੈ ਉਹ ਉਹਨੇ ਪਹਿਲੀ ਇਲੈਕਸ਼ਨ ਤੋਂ ਬਾਅਦ ਜਿਹੜਾ ਹੈ ਉਹ ਕੰਮ ਸੰਭਾਲਿਆ ਸੀ। 14 ਅਗਸਤ ਦੇ ਕਰੀਬ 14 ਅਗਸਤ ਨੂੰ ਜਿਹੜੇ ਨੇ ਉਹ 13 ਜਾਂ 14 ਅਗਸਤ ਨੂੰ ਜਿਹੜੇ ਉਹ ਇਲੈਕਸ਼ਨ ਹੋਈ ਸੀ, ਫਸਟ ਇਲੈਕਸ਼ਨ। ਉਸ ਤੋਂ ਬਾਅਦ 28 ਅਗਸਤ ਨੂੰ ਜਿਹੜਾ ਹੈ ਅੱਜ ਦੇ ਦਿਨ ਇਹ SGPC ਨੇ ਜਿਹੜਾ ਕੰਮ ਸ਼ੁਰੂ ਕੀਤਾ ਸੀ ਪਹਿਲੀ ਵਾਰੀ। ਲੇਕਿਨ ਕਿੱਥੋਂ ਉਹ ਸ਼ੁਰੂਆਤ ਹੋਈ ਔਰ ਕਿੱਥੇ ਅੱਜ ਤੱਕ ਪਹੁੰਚ ਗਏ ਆ, ਇੱਕ ਲੰਬੀ ਕਹਾਣੀ ਹੈ। ਜੋ ਫਰਜ਼ ਸੀ ਉਹ ਪੂਰੀ ਤਰ੍ਹਾਂ ਸ਼ਾਇਦ ਨਹੀਂ ਨਿਭਾਏ ਗਏ। ਤੇ ਸੋ ਅਸੀਂ ਕਿਸੇ ਦੇ ਡਿਪੈਂਡੈਂਟ ਨਹੀਂ ਹੋਣਾ। ਹਰ ਇੱਕ ਸਿੱਖ ਜਿਹੜਾ ਹੈ ਉਹ ਨੁਮਾਇੰਦਾ ਹੈ ਕੌਮ ਦਾ, ਤੇ ਉਹਦਾ ਇੱਕ ਫਰਜ਼ ਹੈ ਕਿ ਆਪਣੇ ਇਸ ਵਿਰਸੇ ਨੂੰ, ਇਸ ਵਿਰਾਸਤ ਨੂੰ ਸਾਂਭੇ, ਆਪ ਸਟੱਡੀ ਕਰੇ ਔਰ ਹੋਰਾਂ ਤੱਕ ਪਹੁੰਚਾਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कोई ये साझ करना चाहता है, कोई शेयर करना चाहता है, किसी भी तरह की अपनी विचार देना चाहता है तो स्वागत है।